ਇੰਡੀਅਨ ਆਰਮੀ ਦੇ ਵਿੱਚ ਸਿੱਖ ਸੈਨਿਕਾਂ ਵਾਸਤੇ ਹੈਲਮਟ ਦਾ ਪ੍ਰਪੋਜ਼ਲ ਹੈ ਇੰਡੀਅਨ ਆਰਮੀ ਦਾ, ਪਰ ਇਸ ਨੂੰ ਲੈ ਕੇ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਨੇ ਵਿਰੋਧ ਜਤਾਇਆ ਹੈ ਕਿ ਇਹ ਸਿੱਖ ਸਿਧਾਂਤਾਂ ਦੇ ਖਿਲਾਫ ਹੈ। ਦਸਤਾਰ ਦੇ ਉੱਪਰ ਪਗੜੀ ਦੇ ਉੱਪਰ ਹੈਲਮਟ ਨਹੀਂ ਪਹਿਨ ਸਕਦੇ ਨੇ। ਇਸ ਮੁੱਦੇ ਤੇ ਗੱਲਬਾਤ ਵਾਸਤੇ ਸਾਡੇ ਨਾਲ ਸਿੱਖ ਸਕਾਲਰ ਨੇ ਗੁਰਦਰਸ਼ਨ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਮੁੱਦੇ ਤੇ ਜਿਸ ਤਰੀਕੇ ਨਾਲ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਵਿਰੋਧ ਕਰ ਰਹੇ ਨੇ, ਉਹਨਾਂ ਦਾ ਕੀ ਅੰਡਰਸਟੈਂਡਿੰਗ ਇਸ ਮੁੱਦੇ ਨੂੰ ਲੈ ਕੇ। ਸਰ, ਇੰਡੀਅਨ ਆਰਮੀ ਦਾ ਪ੍ਰਪੋਜ਼ਲ ਹੈ ਕਿ ਸਿੱਖ ਸੈਨਿਕਾਂ ਵਾਸਤੇ ਹੈਲਮਟ ਜੋ ਹੈ ਉਹ ਲਿਆ ਜਾਏਗਾ, ਤੁਹਾਡੀ ਕੀ ਸਮਝ ਹੈ? ਕਿਉਂਕਿ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਇਸ ਦਾ ਕਾਫੀ ਵਿਰੋਧ ਜਤਾ ਰਹੇ ਨੇ। ਮੈਂ ਏਬੀਪੀ ਸਾਂਝਾ ਟੀਵੀ ਦੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਰਿਹਾ। ਇਹ ਜਿਹੜਾ ਮੁੱਦਾ ਹੈ, ਇਸ ਤੇ ਸਟੇਟਮੈਂਟ ਦੇਣ ਤੋਂ ਪਹਿਲਾਂ ਵਾਜਬ ਹੁੰਦਾ ਕਿ ਸਿੱਖ ਜਥੇਬੰਦੀਆਂ ਦੇ ਜਿਹੜੇ ਕਾਰਨਕੁਨ ਆ ਉਹ ਸਰਕਾਰ ਤੋਂ ਇਹ ਕਲੈਰੀਫਿਕੇਸ਼ਨ ਲੈ ਲੈਂਦੇ ਕਿ ਇਸ ਦੇ ਨਾਲ ਕੇਸਾਂ ਦੀ ਬੇਅਦਬੀ ਤਾਂ ਨਹੀਂ ਹੋਏਗੀ, ਇਸ ਦੇ ਨਾਲ ਕਿਸੇ ਤਰੀਕੇ ਨਾਲ ਜਿਹੜੀ ਸਾਡੀ ਦਸਤਾਰ ਆ ਸਿੱਖਾਂ ਦੀ, ਜਿਹੜੀ ਬੜੀ ਮਤਲਬ ਸਨਮਾਨਿਤ ਹੈ, ਜਿਹਦਾ ਸਤਿਕਾਰ ਆ ਸਾਨੂੰ, ਉਸ ਦੀ ਕਿਸੇ ਕਿਸਮ ਦੀ ਬੇਅਦਬੀ ਤਾਂ ਨਹੀਂ ਹੋ ਰਹੀ। ਜਿਹੜੀ ਸਰਕਾਰ ਆ ਜੋ ਉਸਨੇ ਡਿਟੇਲ ਦਿੱਤੀ ਆ, ਮੈਂ ਤਾਂ ਅਖਬਾਰਾਂ ਦੇ ਹਵਾਲਿਆਂ ਤੋਂ ਹੀ ਉਸ ਨੂੰ ਪੜ੍ਹਿਆ, ਮੇਰੀ ਤਾਂ ਕਿਸੇ ਨਾਲ ਕੰਟੈਕਟ ਨਹੀਂ ਹੋਇਆ ਜਿੱਥੋਂ ਮੈਂ ਜਾਣ ਸਕਾਂ ਵੀ ਉਹਦੀ ਕੀ ਸਾਰੀ ਡੈਫੀਨੇਸ਼ਨ ਕੀ ਹੈ, ਕਿਸ ਤਰੀਕੇ ਦੀ ਉਹ ਹੈ, ਕਿਸ ਤਰੀਕੇ ਨਾਲ ਉਹ ਕੇਸਾਂ ਨੂੰ ਤੇ ਦਸਤਾਰ ਨੂੰ ਪ੍ਰੋਟੈਕਟ ਕਰਦੀ ਹੈ। ਉਹਦਾ ਨਾਮ ਬੈਲਿਸਟਿਕ ਹੈਲਮਟ ਤੋਂ, ਬੈਲਿਸਟਿਕ ਤੋਂ ਮਤਲਬ ਹੈ ਵੀ ਜਿਹੜੀਆਂ ਬਹੁਤ ਤੇਜ਼ ਰਫ਼ਤਾਰ ਦੀਆਂ ਬੁਲੇਟਸ ਹੈਗੀਆਂ, ਜਿਹੜੀਆਂ ਬਹੁਤ ਜ਼ਿਆਦਾ ਉਹਨਾਂ ਦੀ ਪੈਨੀਟ੍ਰੇਸ਼ਨ ਹੈ। ਜਿਸ ਤਰ੍ਹਾਂ ਅਸੀਂ ਹੁਣ ਯੂਕਰੇਨ ਤੇ ਰਸ਼ੀਆ ਜਿਹੜਾ ਕਨਫਲਿਕਟ ਆ ਉਹਦੇ 'ਚ ਦੇਖ ਰਹੇ ਹਾਂ, ਕਿਸ ਤਰੀਕੇ ਨਾਲ ਗੋਲੀਆਂ ਪੱਕੀਆਂ ਕੰਕਰੀਟ ਦੀਆਂ ਦੀਵਾਰਾਂ ਦੇ ਵਿੱਚ 9-9 ਇੰਚ 8-8 ਇੰਚ 10-10 ਇੰਚ ਉਹ ਮਤਲਬ ਹੋਲਸ ਕਰ ਦਿੰਦੀਆਂ। ਤਾਂ ਜੇ ਸਾਡੇ ਜਿਹੜੇ ਮਤਲਬ ਸੋਲਜਰ ਆ, ਸਿੱਖ ਸੋਲਜਰਸ ਹੈਗੇ ਆ, ਉਹ ਜੇ ਆਰਮੀ ਦੇ ਵਿੱਚ ਲੜਨ ਜਾਣਗੇ ਤਾਂ ਉਹਨਾਂ ਨੂੰ ਬਾਕਾਇਦਾ ਬਹੁਤ ਖਤਰਾ ਹੋਏਗਾ। ਜਿਹੜਾ ਦੁਸ਼ਮਣ ਆ ਉਹ ਸਮਝ ਸਕਦਾ ਕਿ ਜਿਹੜਾ ਸਭ ਤੋਂ ਵਲਨਰੇਬਲ ਪੁਆਇੰਟ ਆ ਕਿਸੇ ਵੀ ਦੁਸ਼ਮਣ ਦਾ, ਉਹ ਉਹਦਾ ਸਿਰ ਹੋ ਸਕਦਾ। ਜੇ ਸਿਰ ਦੇ ਵਿੱਚ ਗੋਲੀ ਵੱਜੇਗੀ ਤਾਂ ਓਬਵੀਅਸਲੀ ਜਿਹੜੇ ਸਿੱਖ ਆ ਉਹ ਵਿਚਾਰੇ ਫੌਜੀ ਢਾਟੇਰੀ ਹੋ ਜਾਣਗੇ। ਤੋ ਜ਼ਰੂਰਤ ਹੈ ਕਿ ਉਸ ਨੂੰ ਸਾਰੀ ਨੂੰ ਵਿਚਾਰ ਲਿਆ ਜਾਵੇ, ਉਸ ਨੂੰ ਸਮਝ ਲਿਆ ਜਾਵੇ। ਜਿਹੜੇ ਬਹੁਤ ਅੱਛੇ ਸਿੱਖ ਜਰਨੈਲ ਰਿਟਾਇਰ ਹੋਏ ਵੇ ਆਰਮੀ ਤੋਂ, ਜਿਨ੍ਹਾਂ ਦੀ ਗਿਣਤੀ ਮੈਂ ਸਮਝਦਾ ਸੈਂਕੜਿਆਂ ਵਿੱਚ ਹੋਏਗੀ, ਦਿੱਲੀ 'ਚ ਬੈਠੇ ਹਰ ਸ਼ਹਿਰ ਦੇ ਵਿੱਚ ਉਹ ਰਹਿੰਦੇ ਆ, ਉਹਨਾਂ ਤੋਂ ਸਲਾਹ ਮਸ਼ਵਰਾ ਲੈ ਲੈਣਾ ਚਾਹੀਦਾ ਸੀਗਾ। ਉਸ ਤੋਂ ਇਲਾਵਾ ਜਿਹੜੇ ਸਿੱਖ ਵਿਚਾਰਵਾਨ ਆ ਉਹਨਾਂ ਨੂੰ ਸਹਿਜ ਦੇ ਵਿੱਚ ਅਵਸਥਾ ਦੇ ਵਿੱਚ ਬੈਠ ਕੇ ਇਸ ਨੂੰ ਮਤਲਬ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ। ਹੁਣ ਇਹਦੇ ਦੋ ਪਹਿਲੂ ਆ। ਦੇਖੋ, ਹੁਣ ਇਹ ਆਰਗੂਮੈਂਟ ਦਿੱਤੀ ਜਾ ਰਹੀ ਹੈ ਵੀ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਸਿੱਖਾਂ ਨੇ ਇਸ ਗੱਲ ਤੇ ਕੰਪਰੋਮਾਈਜ਼ ਨਹੀਂ ਕੀਤਾ ਹੈਲਮਟ ਦੇ ਉੱਤੇ। ਪਰ ਇੱਥੇ ਦੱਸਣਾ ਇਹ ਜ਼ਰੂਰੀ ਆ ਕਿ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜੀ ਸਭ ਤੋਂ ਵਧੀਆ ਹਥਿਆਰ ਸੀ ਉਹਨਾਂ ਕੋਲ 303 ਦੀ ਸੀ। ਉਹ ਅੱਜ ਜਿਹੜੀ 303 ਗਨ ਹੈ ਉਹ ਟੋਟਲੀ ਰਿਡੰਡੈਂਟ ਹੋ ਚੁੱਕੀ ਹੈ। ਉਹ ਲੋਕਾਂ ਨੇ ਮਤਲਬ ਉਹਨਾਂ ਨੂੰ ਜਿਹੜੀ ਲੱਕੜਾਂ ਸਾੜਤੀਆਂ, ਉਹਦਾ ਲੋਹਾ ਇਸਤੇਮਾਲ ਕਰ ਰਹੇ, ਮਤਲਬ ਉਹਦੀ ਕੋਈ ਅਹਿਮੀਅਤ ਨਹੀਂ ਹੈ ਵਾਰਫੇਅਰ ਪੁਆਇੰਟ ਆਫ ਵਿਊ ਤੋਂ। ਬਲਕਿ ਇੱਥੋਂ ਤੱਕ ਵੀ ਜੇ ਮਤਲਬ ਪਹਿਲਾਂ ਥਾਣਿਆਂ ਦੇ ਵਿੱਚ ਹੁੰਦੀ ਸੀ, ਸਿਪਾਹੀਆਂ ਦੇ ਕੋਲ ਜਿਹੜੇ ਪਹਿਰੇ ਤੇ ਖੜਦੇ, ਉਹ ਵੀ ਖਤਮ ਹੋ ਚੁੱਕੀ ਆ। ਉੱਥੇ ਦੇਖਣ ਨੂੰ ਉਸਦਾ ਵਜੂਦ ਹੀ ਖਤਮ ਹੋ ਗਿਆ। ਤਾਂ ਅੱਜ ਦੇ ਜਿਹੜੇ ਹਥਿਆਰ ਆ ਉਹ ਬਹੁਤ ਲੀਥਲ ਹੈ, ਔਰ ਉਹ ਹਥਿਆਰ ਆ ਜਿਹੜੇ ਬਹੁਤ ਜ਼ਿਆਦਾ ਨੁਕਸਾਨ ਕਰਦੇ ਆ। ਅਸੀਂ ਨਹੀਂ ਚਾਹੁੰਦੇ ਕਿਸੇ, ਮੇਰੀ ਆਪਣੀ ਇਹ ਮਾਨਸਿਕਤਾ ਹੈ ਕਿ ਸਿੱਖ ਸੈਂਟੀਮੈਂਟਸ ਦੇ ਉੱਤੇ ਕੰਪਰੋਮਾਈਜ਼ ਨਾ ਕਰਦੇ ਹੋਏ ਜੇ ਹੈਲਮਟ ਦਾ ਇਸਤੇਮਾਲ ਕਰਕੇ ਆਪਾਂ ਸਿੱਖ ਫੌਜੀਆਂ ਨੂੰ ਬਚਾ ਸਕੀਏ ਤਾਂ ਉਸ ਦੇ ਵਿੱਚ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ। ਉਹਦੇ ਦੋ ਤਰੀਕੇ ਆ। ਜੇ ਤੁਸੀਂ ਕਹੋਗੇ ਵੀ ਸਿੱਖ ਹੈਲਮਟ ਨਾ ਇਸਤੇਮਾਲ ਕਰਨ, ਉਹ ਕਹਿਣਗੇ ਜੀ ਤੁਸੀਂ ਨੌਕਰੀ ਤੋਂ ਅਸਤੀਫਾ ਦੇ ਕੇ ਬਾਹਰ ਚਲੇ ਜਾਓ, ਅਨਐਮਪਲਾਇਮੈਂਟ ਹੋ ਜਾਏਗੀ। ਦੂਸਰਾ, ਜੇ ਤੁਸੀਂ ਉੱਥੇ ਵਾਰਫੇਅਰ ਦੇ ਵਿੱਚ ਸਿੱਖ ਹੈਲਮਟ ਇਸ ਕਿਸਮ ਦੀ ਨਾ ਇਸਤੇਮਾਲ ਕਰਨਗੇ, ਉਹਦੇ ਦੋ ਬਹੁਤ ਵੱਡੇ ਕਾਰਨ ਆ। ਜਿਹੜਾ ਇੰਡੋ ਚਾਈਨਾ ਕਨਫਲਿਕਟ ਹੈ, ਉਸ ਦੀਆਂ ਇਸ ਕਿਸਮ ਦੀਆਂ ਕਲਾਈਮੇਟ ਕੰਡੀਸ਼ਨਸ ਹੈਗੀਆਂ ਜਿਹੜੀਆਂ ਸਬ ਜ਼ੀਰੋ ਲੈਵਲ 'ਤੇ ਹੁੰਦੀਆਂ,
ਔਰ ਜਿਹਦੇ ਵਿੱਚ ਇਸ ਕਿਸਮ ਦਾ ਨੁਕਸਾਨ, ਜਿਹੜੀ ਪਗੜੀ ਆ ਉਸ ਕਿਸਮ ਦੀ ਜਿਹੜੀ ਵੈਦਰ ਹੈ ਉਸ ਨੂੰ ਉਹ ਪ੍ਰੋਟੈਕਟ ਨਹੀਂ ਸਿਰ ਨੂੰ ਕਰ ਸਕਦੀ। ਤਾਂ ਇਹ ਜੋ ਮੈਂ ਪੜ੍ਹਿਆ, ਇਹ ਹੈਲਮਟ ਉਸ ਕਿਸਮ ਦਾ ਨਾਰਮਲ ਟੈਂਪਰੇਚਰ ਪ੍ਰੋਵਾਈਡ ਕਰੇਗੀ ਹੈਡ ਗੇਅਰ ਨੂੰ, ਤੁਹਾਡੇ ਸਿਰ ਨੂੰ, ਹੈਡ ਨੂੰ, ਤੇ ਹੈਡ ਗੇਅਰ ਜੋ ਪਗੜੀ ਆ ਦਸਤਾਰ ਆ ਉਸ ਨੂੰ। ਤੋ ਇਸ ਕਰਕੇ ਹੁਣ ਦੇਖੋ ਇੱਥੇ ਇੱਕ ਗੱਲ ਕਹਿਣੀ ਬਹੁਤ ਜ਼ਰੂਰੀ ਹੈ, ਜਿੰਨੇ ਵੀ ਪਾਇਲਟ ਆ ਕਿਸੇ ਵੀ ਮਤਲਬ 에ਅਰਵੇਜ਼ ਦੇ ਜਿਹੜੇ ਪਾਇਲਟ ਆ, 에ਅਰਫੋਰਸ ਨੂੰ ਤੁਸੀਂ ਉਸ ਦੀ ਬਾਅਦ ਚ ਮੈਂ ਗੱਲ ਕਰਦਾ, ਉਹ ਸਾਰੇ ਦੇ ਸਾਰੇ ਜਿਹੜੇ ਪਾਇਲਟ ਆ ਜਿਸ ਵਕਤ ਉਹ ਜਹਾਜ਼ ਉਡਾਉਂਦੇ ਆ ਤਾਂ ਹੈਲਮਟ ਪਾ ਕੇ ਰੱਖਦੇ ਆ। ਸਿੱਖ ਬਹੁਤ ਸਾਰੇ ਪਾਇਲਟ ਆ ਔਰ ਬਹੁਤ ਸਾਰੇ ਬੱਚੇ ਆ ਜਿਹੜੇ ਇਸ ਪ੍ਰੋਫੈਸ਼ਨ ਨੂੰ ਪਰਸੂ ਕਰ ਰਹੇ ਆ, ਟ੍ਰੇਨਿੰਗ ਲੈ ਰਹੇ ਆ, ਇੰਡੀਆ 'ਚ ਵੀ ਟ੍ਰੇਨਿੰਗ ਲੈਂਦੇ ਆ, ਬਾਹਰ ਵੀ ਟ੍ਰੇਨਿੰਗ ਲੈਂਦੇ ਆ। ਇੱਕ ਬਹੁਤ ਬੜਾ ਪ੍ਰੋਫੈਸ਼ਨ ਆ ਔਰ ਬੜਾ ਲਿਕੁਰੇਟਿਵ ਪ੍ਰੋਫੈਸ਼ਨ ਆ, ਜਿਹਦੇ 'ਚ ਬਹੁਤ ਅੱਛੀ ਤਨਖਾਹ ਹੋਰ ਕਿਸਮ ਦੀਆਂ ਫੈਸਿਲਿਟੀ ਤੇ ਸਹੂਲਤਾਂ ਮਿਲਦੀਆਂ। ਹੁਣ ਲਈਏ ਆਪਾਂ 에ਅਰਫੋਰਸ ਦੀ ਗੱਲ। 에ਅਰਫੋਰਸ ਦੇ ਵਿੱਚ ਜਿੰਨੇ ਵੀ ਫਾਈਟਰ ਏਰੋਪਲੇਨਸ ਹੈਗੇ ਆ, ਜਹਾਜ਼ ਹੈਗੇ ਫਾਈਟਰ, ਉਹਨਾਂ ਦੇ ਵਿੱਚ ਹਰ ਜਿਹੜਾ ਪਾਇਲਟ ਆ ਉਸ ਨੂੰ ਹੈਲਮਟ ਦਾ ਇਸਤੇਮਾਲ ਕਰਨਾ ਲਾਜ਼ਮੀ ਹੈ। ਸਾਡੇ 에ਅਰ ਚੀਫ ਆਫ ਦੀ 에ਅਰ ਸਟਾਫ ਜਿਹੜੇ ਹੁੰਦੇ ਸੀ, 에ਅਰ ਮਾਰਸ਼ਲ ਅਰਜਨ ਸਿੰਘ, ਉਹਨਾਂ ਨੂੰ ਸਭ ਤੋਂ ਵੱਡਾ ਰੁਤਬਾ ਮਿਲਿਆ ਆਪਣੀ 에ਅਰਫੋਰਸ ਵਿੱਚ ਵੀ, 에ਅਰਫੋਰਸ ਤੋਂ ਇਲਾਵਾ ਵੀ ਜਿੰਨੀਆਂ ਸਾਰੀਆਂ 3 ਫੋਰਸਿਸ ਤੇ ਉਸਨੇ ਇੰਡੀਅਨ ਸਟੇਟ ਨੇ ਉਹਨਾਂ ਨੂੰ ਐਕਨੋਲੇਜ ਕੀਤਾ, ਰੈਕਗਨਾਈਜ਼ ਕੀਤਾ। ਔਰ ਉਹਨਾਂ ਦਾ ਸੈਂਕੜੇ ਮਤਲਬ ਘੰਟਿਆਂ ਦਾ ਐਕਸਪੀਰੀਅੰਸ ਹੈ ਫਲਾਈਂਗ ਦਾ ਸੀਗਾ। ਹੁਣ ਤਾਂ ਵਿਚਾਰੇ ਗੁਜ਼ਰ ਗਏ। ਉਹ ਪੂਰਨ ਸਿੱਖ ਸੀ, ਉਹਨਾਂ ਨੇ ਕਿਸੇ ਆਪਣੇ ਕੇਸ਼ਾਂ ਦੀ ਕਦੇ ਵੀ ਕਿਸੇ ਕਿਸਮ ਦੀ ਬੇਅਦਬੀ ਨਹੀਂ ਕੀਤੀ। ਦਸਤਾਰ ਹਮੇਸ਼ਾ ਸਜਾ ਕੇ ਰੱਖੀ ਆ, ਸੋਹਣੇ ਸੁਨੱਖੇ ਲੱਗਦੇ ਸੀ, ਲੇਕਿਨ ਉਹਨਾਂ ਨੇ ਹੈਲਮਟ ਦੇ ਨਾਲ ਹੀ ਆਪਣੀ ਜਿੰਨੀ ਫਲਾਈਟ ਦਾ ਜੋ ਪੀਰੀਅਡ ਆ, ਪਤਾ ਨਹੀਂ ਕਿੰਨੇ 100 ਘੰਟੇ ਉਹਨਾਂ ਨੇ ਫਲਾਈਂਗ ਕੀਤੀ ਆ ਫਾਈਟਰ ਜੈਟਸ ਦੀ, ਜਿਹੜਾ ਕਿ ਮੈਕਸੀਮਮ ਹੀ ਹੋਏਗਾ। ਤੋ ਇਸੇ ਤਰੀਕੇ ਨਾਲ ਇੱਕ ਹੋਰ ਬਹੁਤ ਮਸ਼ਹੂਰ ਮਹਿਰੂਮ ਜਿਹੜਾ ਜਹਾਜ਼ ਉਡਾਉਂਦੇ ਸੀ, ਮੇਹਰ ਸਿੰਘ ਉਹਨਾਂ ਦਾ ਨਾਂ ਸੀ, ਉਹ ਬੜੇ ਨਾਮੀ ਬੰਦੇ ਸੀਗੇ। ਤੋ ਮੇਰਾ ਮਤਲਬ ਕਹਿਣ ਦਾ ਇਹ ਹੈ, ਖਾਮ ਖਾ ਕਿਸੇ ਚੀਜ਼ ਤੇ ਵਾਵ ਰੋਲਾ ਉਠਾਉਣਾ ਠੀਕ ਨਹੀਂ ਹੁੰਦਾ। ਪਹਿਲਾਂ ਤਾਂ ਉਹਨੂੰ ਸਹਿਜ ਅਵਸਥਾ ਦੇ ਵਿੱਚ ਬੈਠ ਕੇ ਸਾਰੇ ਉਸਦੇ ਪ੍ਰੋਜ਼ ਐਂਡ ਕੋਨਸ ਉਹਨਾਂ ਨੂੰ ਤੁਸੀਂ ਡਿਸਕਸ ਕਰੋ। ਹੁਣ ਜੇ ਆਪਾਂ ਇਹ ਕਹਿ ਦਈਏ ਵੀ 에ਅਰ ਮਾਰਸ਼ਲ ਅਰਜਨ ਸਿੰਘ ਜੀ ਨੇ ਮਤਲਬ ਕੇਸ਼ਾਂ ਦੀ ਬੇਅਦਬੀ ਕੀਤੀ ਹੈ, ਦਸਤਾਰ ਦੀ ਬੇਅਦਬੀ ਕੀਤੀ ਹੈ, ਠੀਕ ਨਹੀਂ ਲੱਗੇਗੀ ਗੱਲ। ਔਰ ਉਹਨਾਂ ਨੇ 1984 ਦਾ ਸਿੱਖ ਜਿਹੜਾ ਕਤਲੋ ਗਾਰਤ ਹੋਈ ਆ ਉਸ ਦੇ ਉੱਤੇ ਉਹਨਾਂ ਦਾ ਕਿਤਨਾ ਬਿਹਤਰੀਨ ਕਿਸਮ ਦਾ ਸਟੈਂਡ ਸੀ। ਉਸ ਮੌਕੇ ਦੀ ਸਰਕਾਰ ਨੂੰ ਆਪਣੇ ਸਾਰੇ ਮੈਡਲ ਵੀ ਵਾਪਸ ਕੀਤੇ ਵੀ ਤੁਸੀਂ ਸਿੱਖਾਂ ਤੇ ਇਸ ਕਿਸਮ ਦਾ, ਇਸ ਅਹੁਦੇ ਤੇ ਪਹੁੰਚਣ ਦੇ ਬਾਵਜੂਦ ਵੀ ਉਹਨਾਂ ਨੇ ਸਿੱਖ ਇਸ਼ੂ ਤੇ ਬਹੁਤ ਸਟਰੋਂਗ ਸਟੈਂਡ ਲਿਆ। 에ਅਰ ਮਾਰਸ਼ਲ ਅਰਜਨ ਸਿੰਘ ਉਹਨਾਂ ਨੇ, ਸਮਝੇ ਕਿ ਨਹੀਂ। ਤੋਂ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਤੁਸੀਂ ਪਹਿਲਾਂ ਤਾਂ ਸਰਕਾਰ ਤੋਂ ਇਸ ਗੱਲ ਦੀ ਕਲੈਰੀਫਿਕੇਸ਼ਨ ਮੰਗੋ ਵੀ ਜਿਹੜੀ ਤੁਹਾਡੀ ਇਹ ਬੈਲਿਸਟਿਕ ਹੈਲਮਟ ਹੈ ਕਿਸੇ ਵੀ ਤਰੀਕੇ ਨਾਲ ਕੇਸ਼ਾਂ ਦੀ ਬੇਅਦਬੀ ਤਾਂ ਨਹੀਂ ਕਰ ਰਹੀ, ਕਿਤੇ ਕਿਸੇ ਮਤਲਬ ਫੌਜੀ ਨੂੰ ਮਜਬੂਰ ਤਾਂ ਨਹੀਂ ਕਰੇ ਵੀ ਤੁਸੀਂ ਕੇਸ਼ਾਂ ਦੀ ਮਤਲਬ ਬੇਅਦਬੀ ਕਰੋ ਜਾਂ ਉਹਨਾਂ ਨੂੰ ਕੱਟੋ ਜਾਂ ਕਿਸ ਤਰ੍ਹਾਂ ਕਰੋ। ਇਸੇ ਤਰੀਕੇ ਨਾਲ ਦਸਤਾਰ ਬਾਰੇ ਵੀ ਉਹ ਪੁੱਛਗਿੱਛ ਕੀਤੀ ਜਾ ਸਕਦੀ ਸੀ ਸਰਕਾਰ ਤੋਂ। ਪਰ ਸਿੱਖਾਂ ਨੂੰ ਅਸੀਂ ਬਚਾਉਣਾ ਮੌਤ ਦੇ ਮੂੰਹ ਤੋਂ। ਅੱਜ ਦੇਖਦੇ ਹਾਂ, ਹੁਣ ਦੇਖੋ ਗਲਵਾਨ ਘਾਟੀ ਦੇ ਵਿੱਚ ਜਿਹੜੀ ਲੜਾਈ ਹੋਈ ਆ ਉਹਦੇ 'ਚ ਕੋਈ ਬੁਲਟ ਦਾ ਇਸਤੇਮਾਲ ਨਹੀਂ ਹੋਇਆ। ਉਸ ਦੇ ਵਿੱਚ ਜਿਹੜੇ 20 ਹਿੰਦੁਸਤਾਨੀ ਫੌਜੀ ਮਰੇ, ਜਿਨ੍ਹਾਂ 'ਚ ਬਹੁਤੇ ਪੰਜਾਬੀ ਸਿੱਖ ਸੀਗੇ, ਉਹ ਕਿਉਂ ਮਰੇ? ਉਹ ਇਸ ਕਰਕੇ ਮਰੇ ਕਿ ਉੱਥੇ ਦੀਆਂ ਕਲਾਈਮੇਟਿਕ ਕੰਡੀਸ਼ਨ ਇਸ ਕਿਸਮ ਦੀਆਂ ਜਿਹਨੂੰ ਤੁਸੀਂ ਮਤਲਬ ਇਕੱਲੇ ਟਰਬਨ ਦੇ ਨਾਲ ਸਹਾਰ ਹੀ ਨਹੀਂ ਸਕਦੇ। ਮੈਂ ਇਸੇ ਤਰੀਕੇ ਨਾਲ ਐਲਬਰਟਾ ਸਟੇਟ ਆ ਜਿੱਥੇ ਬਹੁਤ ਸਾਰੇ ਸਿੱਖ ਵਸਦੇ ਆ, ਮੇਰੀ ਉੱਥੇ ਇੱਕ ਕਜ਼ਨ ਸਿਸਟਰ ਵਸਦੀ ਆ ਐਡਮਿੰਟਨ। ਉਹਨੇ ਮੈਨੂੰ ਨਿਊ ਈਅਰ 'ਤੇ ਗ੍ਰੀਟਿੰਗ ਕੀਤੀ ਅਤੇ ਮੈਂ ਉਹਨੂੰ ਵੈਸੇ ਹੀ ਪੁੱਛਿਆ ਵੀ ਇੱਥੇ ਕਿੰਨੀ ਕੁ ਠੰਡ ਆ। ਉਹ ਮੈਨੂੰ ਕਹਿਣ ਲੱਗੀ ਵੀ ਵੀਰ ਜੀ -65 ਸੈਂਟੀਗ੍ਰੇਡ ਟੈਂਪਰੇਚਰ ਆ, -65। ਔਰ ਮੈਂ ਉੱਥੇ ਬਹੁਤ ਵਾਰੀ ਗਿਆ, ਯੂਨੀਵਰਸਿਟੀਆਂ ਵਿੱਚ ਲੈਕਚਰ ਵਗੈਰਾ ਦਿੱਤੇ। ਉਸ ਦੇ ਵਿੱਚ ਇਹ ਹੁੰਦਾ ਜੀ, ਜੇ ਤੁਹਾਡਾ ਹਾਈਵੇ 'ਤੇ ਬਦਕਿਸਮਤੀ ਦੇ ਨਾਲ ਕਾਰ ਖਰਾਬ ਹੋ ਜੇ ਤੁਸੀਂ ਸ਼ੀਸ਼ਾ ਖੋਲ ਨਹੀਂ ਸਕਦੇ। ਜੇ ਤੁਸੀਂ ਅਣਜਾਣੇ ਸ਼ੀਸ਼ਾ ਖੋਲ ਕੇ
ਕਿਸੇ ਵੀ ਉਸ ਕਾਰ ਦੇ ਜਿਹੜਾ ਸਟੀਲ ਫਰੇਮ ਆ ਉਸ ਨੂੰ ਹੱਥ ਵੀ ਲਾਤਾ ਤੁਹਾਡੇ ਹੱਥ ਚੜ ਜਾਣਗੇ, ਫਰੋਸਟ ਬਿਟਨ ਹੋ ਜਾਣਗੇ। ਤੋ ਇਸੇ ਤਰੀਕੇ ਨਾਲ ਗਲੇਸ਼ੀਅਰ ਦੇ ਵਿੱਚ ਵੀ ਇਸੇ ਤਰੀਕੇ ਨਾਲ ਤੁਸੀਂ ਦੂਸਰੇ ਪਾਸੇ ਇੰਡੋ ਪਾਕਿਸਤਾਨ ਦਾ ਜਿਹੜਾ ਬਾਰਡਰ ਆ ਆਪਣੇ ਕਸ਼ਮੀਰ ਤੋਂ ਉੱਪਰ, ਉੱਥੇ ਵੀ ਇਸੇ ਕਿਸਮ ਦਾ ਟੈਂਪਰੇਚਰ ਰਹਿੰਦਾ। ਤੋ ਇਹ ਸਾਰੀ ਚੀਜ਼ ਦੀ ਪ੍ਰੋਪਰ ਛਾਨਬੀਨ ਹੋਣੀ ਚਾਹੀਦੀ ਆ। ਜੇ ਕਿਸੇ ਵੀ ਕਿਸਮ ਦੀ ਸਿੱਖਾਂ ਦੇ ਇਸ ਕਿਸਮ ਦੀ ਬਹੁਤ ਬੜੀ ਮਹਾਨਤਾ ਕੇਸ਼ਾਂ ਦੀ, ਇਸੇ ਕਰਕੇ ਅਸੀਂ ਅਨੰਦਪੁਰ ਸਾਹਿਬ ਨੂੰ ਕੇਸ਼ਗੜ੍ਹ ਸਾਹਿਬ ਕਹਿੰਦੇ ਹਾਂ, ਸਮਝੇ। ਲੇਕਿਨ ਉਸ ਦੇ ਬਾਵਜੂਦ ਵੀ ਜੇ ਇਹ ਕਿਹੜੀ ਹੈਲਮਟ ਬਣਵਾਈ ਆ ਸਰਕਾਰ ਨੇ, ਮੈਂ ਜੋ ਪੜ੍ਹਿਆ, ਮੇਰਾ ਕੋਈ ਕਮਿਊਨੀਕੇਸ਼ਨ ਨਹੀਂ, ਉਹ ਸਾਰੀ ਦੀ ਸਾਰੀ ਹੈਲਮਟ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਿੱਖ ਸੈਂਟੀਮੈਂਟਸ ਨੂੰ, ਉਹਨਾਂ ਨੂੰ ਇਸ ਗੱਲ ਦਾ ਮੇਰਾ ਖਿਆਲ ਆ ਸੂਝ ਹੋਏਗੀ ਸਰਕਾਰ ਨੇ, ਜਿਨ੍ਹਾਂ ਨੇ ਇਹ ਚੀਜ਼ ਬਣਵਾਈ ਆ ਵੀ ਸਿੱਖ ਇਸ ਦੇ ਉੱਤੇ ਆਵਾਜ਼ ਬੁਲੰਦ ਕਰਨਗੇ। ਤੋ ਜੇ ਉਹ ਕਿਸੇ ਵੀ ਕਿਸਮ ਦੀ ਸਿੱਖਾਂ ਦੀ ਮਰਿਆਦਾ ਕੇਸ਼ਾਂ ਵਾਲੀ ਤੇ ਦਸਤਾਰ ਵਾਲੀ ਨੂੰ ਨਹੀਂ ਇਨਫਰਿੰਜ ਕਰਦੇ ਤਾਂ ਹੈਲਮਟ ਇਸਤੇਮਾਲ ਕਰਨ ਦਾ ਕੋਈ ਡਰ ਨਹੀਂ। ਅਸੀਂ ਸਿੱਖਾਂ ਨੂੰ ਬਚਾਉਣਾ, ਅਸੀਂ ਸਿੱਖਾਂ ਨੂੰ ਮਰਵਾਉਣਾ ਨਹੀਂ ਹੈ। ਤੋ ਇਸ ਕਰਕੇ ਜਿਹੜੇ ਸਾਡੇ ਬਹੁਤ ਵੱਡੇ ਵੱਡੇ ਜਰਨੈਲ, ਏਅਰਫੋਰਸ ਦੇ ਬਹੁਤ ਵੱਡੇ ਵੱਡੇ ਮਾਰਸ਼ਲ, 2 ਤਾਂ ਸਾਡੇ ਏਅਰ ਚੀਫ ਹੋ ਚੁੱਕੇ ਆ ਸਿੱਖਾਂ ਦੇ ਜਿਹੜੇ ਕੇਸ਼ਾਧਾਰੀ ਹੋਏ ਆ, ਸਮਝੀ। ਹੁਣ ਧਨੋਆ ਰਿਟਾਇਰ ਹੀ ਹੋਇਆ ਨਾ, ਏਅਰ ਚੀਫ ਹੀ ਰਿਟਾਇਰ ਹੋਇਆ, ਉਹ ਪੂਰਨ ਤੌਰ ਤੇ ਕੇਸ਼ਾਧਾਰੀ ਸਿੱਖ ਆ। ਤਾਂ ਉਸ ਨੇ ਹੈਲਮਟ ਦਾ ਲਾਜ਼ਮੀ ਇਸਤੇਮਾਲ ਕੀਤਾ ਹੋਣਾ ਜਦੋਂ ਉਹਨੇ ਏਅਰਫੋਰਸ ਦੇ ਜਹਾਜ਼ ਉਡਾਏ ਹੋਣੇ ਆ। ਇਸੇ ਤਰੀਕੇ ਨਾਲ ਏਅਰ ਮਾਰਸ਼ਲ ਜਨਰਲ ਅਰਜਨ ਸਿੰਘ, ਤੋਂ ਹੋਰ ਵੀ ਬਹੁਤ ਇਸ ਕਿਸਮ ਦੇ ਬਹੁਤ ਵੱਡੇ ਵੱਡੇ, ਮੇਰਾ ਖਿਆਲ 3 ਤਾਂ ਏਅਰ ਚੀਫ ਹੀ ਰਿਟਾਇਰ ਹੋਏ ਆ। ਤੋ ਇਸ ਕਰਕੇ, ਪਰ ਉਹ ਪੂਰਨ ਸਿੱਖ ਸੀਗੇ ਔਰ ਪੂਰਨ ਉਹਨਾਂ ਦੀ ਸਮਰਪਿਤਾ ਸੀ ਸਿੱਖੀ ਸਿਧਾਂਤਾਂ ਨਾਲ, ਸਿੱਖਾਂ ਦੇ ਸਰੂਪ ਦੇ ਨਾਲ, ਕੇਸ਼ਾਂ ਦੇ ਨਾਲ। ਕੋਈ ਕਿਸੇ ਨੇ ਈਵਨ ਕੋਈ ਇੱਕ ਵੀ ਕੱਟ ਸਰਡ ਨਹੀਂ ਸੀ, ਇੱਕ ਵੀ, ਤਿੰਨਾਂ ਦੇ ਵਿੱਚੋਂ। ਤੋ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਸਾਰੀ ਚੀਜ਼ ਉਹੋ ਜਿਹੇ ਲੋਕਾਂ ਨੂੰ, ਧਨੋਆ ਸਾਹਿਬ ਇੱਥੇ ਰਹਿੰਦੇ ਆ ਆਪਣੇ ਮੋਹਾਲੀ, ਉਹਨਾਂ ਤੋਂ ਪੁੱਛਿਆ ਜਾ ਸਕਦਾ। ਤੋ ਧਨੋਆ ਦੇ ਫਾਦਰ ਮੇਰੇ ਫਰੈਂਡ ਸੀ, ਸਮਝੇ, ਜਿਹੜੇ ਚੀਫ ਸੈਕਟਰੀ ਰਹੇ ਆ, ਬਿਹਾਰ ਦੇ ਚੀਫ ਸੈਕਟਰੀ ਰਹੇ ਆ, ਫਿਰ ਐਡਵਾਈਜ਼ਰ ਟੂ ਦੀ ਗਵਰਨਰ ਰਹੇ ਆ ਪੰਜਾਬ ਦੇ। ਤਾਂ ਉਹ ਪੂਰਨ ਸਿੱਖ ਸੀਗੇ, ਸਮਝੇ ਕਿ ਨਹੀਂ। ਸਿੱਖ ਇਸ਼ੂਜ਼ ਤੇ ਲਿਖਦੇ ਹੁੰਦੇ ਸੀ। ਮੇਰੀ ਉਹਨਾਂ ਨਾਲ ਕਈ ਵਾਰੀ ਵਿਚਾਰਧਾਰਾ ਤੇ ਡਿਫਰੈਂਸ ਆਫ ਓਪੀਨੀਅਨ ਆਏ, ਮੈਂ ਉਹਨਾਂ ਦੇ ਖਿਲਾਫ ਵੀ ਲੈਟਰਸ ਟੂ ਦੀ ਐਡੀਟਰ ਦੇ ਵਿੱਚ ਆਰਟੀਕਲ ਲਿਖੇ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਸਾਰੀ ਇਹ ਗੱਲ ਹੈਗੀ ਆ ਬੜੀ ਸੀਰੀਅਸ। ਇਸ ਗੱਲ ਨੂੰ ਇੰਨਾ ਲਾਈਟਲੀ ਲੈ ਕੇ ਜੰਪ ਕਰਕੇ ਉਸ ਦੇ ਉੱਤੇ ਸਟੇਟਮੈਂਟਾਂ ਦੇਣ ਦੀ ਜ਼ਰੂਰਤ ਨਹੀਂ। ਉਹਦੀ ਗਹਿਰਾਈ ਦੇ ਵਿੱਚ ਜਾ ਕੇ ਉਸ ਦੀ ਪੂਰੀ ਛਾਨਬੀਨ ਕਰਕੇ ਉਸ ਦੀ ਮਤਲਬ ਤਹਿ ਤੱਕ ਜਾ ਕੇ ਵੀ ਸਾਡੇ ਸਿੱਖ ਸੈਂਟੀਮੈਂਟਸ ਨੂੰ ਹਰਟ ਨਾ ਕਰੇ। ਹੁਣ ਸਿੱਖ ਜਿਹੜੇ ਆ ਰਿਕਰੂਟ ਹੋ ਰਹੇ ਆ, ਆਸਟ੍ਰੇਲੀਆ ਦੇ ਵਿੱਚ ਇੱਕ ਰੈਜੀਮੈਂਟ ਸਿੱਖਾਂ ਦੀ ਬਣ ਰਹੀ, ਅਮਰੀਕਾ ਦੇ ਵਿੱਚ ਆਰਮੀ ਦੇ ਵਿੱਚ ਉਹਨਾਂ ਨੇ ਕੇਸ਼ਾਂ ਨੂੰ ਦੀ ਮਹੱਤਤਾ ਸਮਝਦੇ ਹੋਏ ਅਮਰੀਕਨ ਗਵਰਨਮੈਂਟ ਨੇ ਲਾਅ ਕਰਤਾ, ਤੁਸੀਂ ਉਹਨਾਂ ਦੀ ਫੌਜ 'ਚ, ਉਹਨਾਂ ਦੀ ਜਿਹੜੀਆਂ ਸਿਵਲ ਪੁਲਿਸ ਆ ਉਸ ਦੇ 'ਚ ਵੀ ਦਾਖਲ ਹੋ। ਪਿੱਛੇ ਜੇ ਉਹ ਇੱਕ ਜਿਹੜਾ ਸਿੱਖ ਆਫਿਸਰ ਵਿਚਾਰਾ ਮਾਰਿਆ ਗਿਆ, ਸਮਝੇ ਕਿ ਨਹੀਂ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਇਹ ਚੀਜ਼ ਨੂੰ ਗਹਿਰਾਈ ਤੱਕ ਸਮਝਣਾ ਚਾਹੀਦਾ ਔਰ ਗਹਿਰਾਈ ਤੱਕ ਸਮਝ ਕੇ ਉਸ ਦੇ ਉੱਤੇ ਇਸ ਕਿਸਮ ਦਾ ਸਟੈਂਡ ਲੈਣਾ ਚਾਹੀਦਾ ਜਿਹਦੇ ਨਾਲ ਸਿੱਖਾਂ ਦੇ ਰੋਮਾਂ ਦੀ ਬੇਅਦਬੀ ਨਾ ਹੋਵੇ, ਕੇਸ਼ਾਂ ਦੀ ਬੇਅਦਬੀ ਨਾ ਹੋਵੇ, ਜਿਹੜੀ ਤੁਹਾਡੀ ਟਰਬਨ ਹੈ ਉਸ ਦੀ ਕਿਸੇ ਕਿਸਮ ਦਾ ਉਹਦਾ ਸਤਿਕਾਰ ਨਾ ਖਰਾਬ ਹੋਵੇ। ਤੇ ਇਸ ਦੇ ਬਾਵਜੂਦ ਜੇ ਤੁਹਾਨੂੰ ਪ੍ਰੋਟੈਕਸ਼ਨ ਮਿਲਦੀ ਆ ਟੈਂਪਰੇਚਰ ਤੋਂ ਵੀ ਔਰ ਜਿਹੜੀਆਂ ਬੁਲੇਟਸ ਦੁਸ਼ਮਣ ਦੀਆਂ ਉਹਨਾਂ ਤੋਂ ਵੀ ਜੇ ਤੁਹਾਨੂੰ ਪ੍ਰੋਟੈਕਸ਼ਨ ਮਿਲਦੀ ਹੈ ਤਾਂ ਇਸਤੇਮਾਲ ਕਰਨ 'ਚ ਕੋਈ ਇਤਰਾਜ਼ ਨਹੀਂ ਜੀ। ਤੁਹਾਡੀ ਗੱਲ ਨੂੰ ਸਪਲੀਮੈਂਟ ਕਰ ਰਿਹਾ, ਕੈਨੇਡਾ ਦਾ ਅਸੀਂ ਪੜ੍ਹ ਰਹੇ ਸੀਗੇ ਓਟਾਰੀਓ ਸਟੇਟ ਦੇ ਵਿੱਚ, ਉੱਥੇ ਇੱਕ ਸਿੱਖ ਵਿਮਨ ਨੇ, ਮਹਿਲਾ ਨੇ ਇੱਕ ਹੈਲਮਟ ਡਿਜ਼ਾਈਨ ਕੀਤੇ ਆਪਣੇ ਬੱਚਿਆਂ ਵਾਸਤੇ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਉਸਦਾ ਵੈਲਕਮ ਕੀਤਾ, ਜਿਸ ਤਰੀਕੇ ਨਾਲ ਉਹ ਹੈਲਮਟ ਡਿਜ਼ਾਈਨ ਕੀਤਾ ਬੱਚਿਆਂ ਵਾਸਤੇ ਟੂ ਰਾਈਡ ਦਾ ਸਾਈਕਲ। ਸਿਰਫ ਉਹਨਾਂ ਪੜ੍ਹਿਆ, ਪਰ ਮੈਨੂੰ ਇਹ ਨਹੀਂ ਪਤਾ ਵੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਉਹਦੇ ਤੇ ਕੀ ਸਟੈਂਡ ਲਿਆ, ਇਹਦੀ ਖਬਰ ਨਹੀਂ ਮੈਂ ਪੜ੍ਹੀ। ਪਰ ਜੇ ਉਸਨੇ ਕੀਤਾ ਹੈ ਤਾਂ ਦੇਖੋ, ਜਿਹੜੀ ਸਾਈਕਲਿੰਗ ਗੇਮ ਆ ਉਸ ਦੇ ਵਿੱਚ ਜੇ ਤੁਸੀਂ ਹੈਲਮਟ ਨਹੀਂ ਪਾਓਗੇ, ਕਿੰਨੀ ਵਾਰੀ ਜਿਹੜੇ ਸਾਈਕਲਿਸਟ ਆ ਉਹ ਗਿਰਦੇ ਆ। ਹਾਕੀ ਦੀ ਜੇ ਤੁਸੀਂ ਜਿਹੜਾ ਗੋਲਕੀਪਰ ਆ ਉਹ ਹੈਲਮਟ ਨਹੀਂ ਪਾਏਗਾ, ਹੀ ਕੈਨ ਇਨਕਰ ਵੈਰੀ ਸੀਰੀਅਸ ਇੰਜਰੀਜ਼ ਔਨ ਹਿਜ਼ ਹੈਡ ਔਰ ਔਨ ਹਿਜ਼ ਫੇਸ। ਇਸੇ ਤਰੀਕੇ ਨਾਲ ਕ੍ਰਿਕਟ ਦੇ ਵਿੱਚ ਹੁਣ ਅਰਸ਼ਦੀਪ ਆ, ਸਿੱਖ, ਪੂਰਨ ਸਿੱਖ ਆ, ਕੇਸ਼ਾਧਾਰੀ ਸਿੱਖ ਆ, ਹੁਣ ਉਹ ਕਿੰਨਾ ਅੱਛਾ
ਤੁਹਾਡਾ ਬਾਊਲਰ ਆ, ਵਰਲਡ ਲੈਵਲ ਦਾ ਬਾਊਲਰ ਉਹ ਹੋ ਗਿਆ। ਤਾਂ ਉਸ ਦੇ ਉੱਤੇ ਵੀ ਮੈਂ ਬੜੀ ਵੱਡੀ ਸਟੇਟਮੈਂਟ ਦਿੱਤੀ ਸੀ ਜਦੋਂ ਉਸ ਨੂੰ ਟਰੋਲ ਕੀਤਾ ਜਾ ਰਿਹਾ ਸੀ ਪਾਕਿਸਤਾਨ ਦੇ ਵਿੱਚ, ਜਦੋਂ ਖੇਲਿਆ ਬਾਲ ਹੱਥ 'ਚੋਂ ਛੁੱਟ ਗਈ ਸੀ। ਤੋ ਇਹ ਚੀਜ਼ਾਂ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ। ਉਹਨਾਂ ਜਿਹੜੇ ਫਿਰ ਇਸ ਤਰ੍ਹਾਂ ਦਾ ਜਦੋਂ ਅਸੀਂ ਸਟੈਂਡ ਲਵਾਂਗੇ ਤਾਂ ਕੁਦਰਤੀ ਤੌਰ ਤੇ ਕੁਝ ਜਿਹੜੇ ਲੋਕ ਇਸ ਕਿਸਮ ਦੇ ਬੜੇ ਨਾਮੀ ਪਲੇਅਰ ਆ, ਨਾਮੀ ਜਿਹੜੇ ਬਹੁਤ ਵੱਡੇ ਵੱਡੇ ਆਫਿਸਰ ਆ, ਮੇਰੇ ਅੰਡਰ ਇੱਕ ਬਲਜੀਤ ਸਿੰਘ ਧਾਲੀਵਾਲ ਸੀ, ਉਹਨਾਂ ਨੇ PhD ਕੀਤੀ ਸੀ ਜਦੋਂ ਮੈਂ ਯੂਨੀਵਰਸਿਟੀ 'ਚ ਕੰਮ ਕਰਦਾ ਸੀ। ਉਹ ਸੀ ਸਿੱਖਾਂ ਦੀ ਜਿਹੜੀ ਵਾਰ ਸਟ੍ਰੈਟਜੀ ਦੇ ਉੱਤੇ। ਉਹਨਾਂ ਦੇ ਨਾਲ ਅਸੀਂ ਡਿਸਕਸ ਮੈਂ ਕਰਿਆ ਕਰਦਾ ਸੀ ਉਹ ਕਿ ਸਿੱਖਾਂ ਨੇ 18ਵੀਂ ਸਦੀ ਦੇ ਵਿੱਚ ਜਿਹੜੀ ਲੇਟੈਸਟ ਵੈਪਨਰੀ ਆ, ਹਥਿਆਰ ਇਸਤੇਮਾਲ ਕੀਤੇ, ਗਨ ਪਾਊਡਰ ਦਾ ਬਹੁਤ ਇਸਤੇਮਾਲ ਕੀਤਾ, ਆਰਟਿਲਰੀ ਬਹੁਤ ਹੀ ਕਮਾਲ ਦੀ ਸੀ ਮਹਾਰਾਜਾ ਰਣਜੀਤ ਸਿੰਘ ਦੀ, ਕਮਾਲ ਦੀਆਂ ਤੋਪਾਂ ਉਹ ਹਲੇ ਤੱਕ ਅਵੇਲੇਬਲ ਆ। ਉਹਨਾਂ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਜਾ ਚੁੱਕੀਆਂ ਇਤਿਹਾਸਕਾਰਾਂ ਨੇ, ਹੁਣ ਜਿਹੜੀਆਂ ਤੋਪਾਂ ਬਣਾਈਆਂ ਮਹਾਰਾਜਾ। ਔਰ ਫ੍ਰੈਂਚ ਜਨਰਲ ਸੀ ਵੈਂਤੂਰਾ, ਇੱਕ ਅਲਾਰਡ ਸੀ ਇਟਲੀ ਦਾ ਜਰਨੈਲ, ਉਹਨਾਂ ਨੂੰ ਲਿਆਂਦਾ ਇੱਥੇ ਵੀ ਤੁਸੀਂ ਆਰਗੇਨਾਈਜ਼ ਕਰੋ, ਰੀਆਰਗੇਨਾਈਜ਼ ਕਰੋ ਮੇਰੀ ਆਰਮੀ ਨੂੰ, ਸਮਝੇ ਕਿ ਨਹੀਂ। ਆਪਣੀ ਟ੍ਰੈਡੀਸ਼ਨਲ ਆਰਮੀ ਵੀ ਰੱਖੀ ਜਿਹੜੀ ਜਨਰਲੀ ਪੈਦਲ ਸਵਾਰ ਸੀਗੀ, ਇਨਫੈਂਟਰੀ ਜਿਸ ਨੂੰ ਕਹਿੰਦੇ ਆ। ਇਸੇ ਤਰੀਕੇ ਨਾਲ ਘੋੜ ਸਵਾਰ ਜਿਹੜੇ ਪੰਜਾਬੀ ਸਿੱਖ ਬਹੁਤ ਵਧੀਆ ਘੋੜ ਸਵਾਰ ਆ, ਉਹਨਾਂ ਦੀ ਵੀ ਰੱਖੀ। ਲੇਕਿਨ ਉਹਨਾਂ ਨੇ ਕਿਹਾ ਵੀ ਆਰਟਿਲਰੀ ਤੋਂ ਬਗੈਰ ਅੱਜ ਦੇ ਮਾਡਰਨ, ਉਸ ਪੀਰੀਅਡ ਦੇ ਉਸ ਵੇਲੇ ਦਾ ਮਾਡਰਨ ਜਿਹੜਾ ਪੀਰੀਅਡ ਸੀ, ਵੀ ਲੜਾਈ ਜਿੱਤੀ ਨਹੀਂ ਜਾ ਸਕਦੀ। ਤਾਂ ਮੈਂ ਇੱਥੇ ਇੱਕ ਬਹੁਤ ਵੱਡੀ ਸਟੇਟਮੈਂਟ ਦੇਣ ਲੱਗਿਆ ਕਿ ਮਹਾਰਾਜਾ ਰਣਜੀਤ ਸਿੰਘ ਵਾਸ ਦਾ ਓਨਲੀ ਵਾਰੀਅਰ ਇਨ ਦੀ ਹਿਸਟਰੀ ਆਫ ਮੈਨਕਾਈਂਡ ਹੂ ਡਾਈਡ ਅਨਕੰਕਰਡ। ਉਹ ਕਦੇ ਹਾਰਿਆ ਹੀ ਨਹੀਂ ਕੋਈ ਲੜਾਈ 'ਚ। ਕਿੰਨੀਆਂ ਲੜਾਈਆਂ ਲੜੀਆਂ, ਇੱਕ ਮਤਲਬ ਸਕਰੈਚ ਤੋਂ ਲੈ ਕੇ ਕਿੱਡਾ ਬੜਾ ਅੰਪਾਇਰ। ਅੱਜ ਦੇ ਜਿਹੜਾ ਸਾਰਾ ਪਾਕਿਸਤਾਨ ਆ ਉਸ ਤੋਂ ਦੁੱਗਣਾ ਅੰਪਾਇਰ ਸੀ ਉਹ, ਸਮਝੇ ਕਿ ਨਹੀਂ, ਕਿੱਡੀ ਬੜੀ ਅੰਪਾਇਰ। ਔਰ ਮੁਗਲ ਅੰਪਾਇਰ ਦੀ ਸਭ ਤੋਂ ਵੱਡੀ ਟੈਰੀਟਰੀ ਤੋਂ ਵੱਡਾ ਸੀ ਉਹ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਇਸ ਕਿਸਮ ਦੀਆਂ ਗੱਲਾਂ ਆਪਾਂ ਨੂੰ ਬਹੁਤ ਸੂਝ ਨਾਲ, ਸਮਝ ਨਾਲ, ਵਿਚਾਰ ਨਾਲ। ਇੱਕ ਬਹੁਤ ਸਾਰੀਆਂ ਆਪੋਜੀਸ਼ਨ ਸਿੱਖਾਂ ਦੀਆਂ ਕਈ ਵਾਰੀ ਖਾਮਖਾ ਹੋਈਆਂ, ਜਿਸ ਤਰ੍ਹਾਂ ਬਿਜਲੀ ਜਦੋਂ ਦਰਬਾਰ ਸਾਹਿਬ ਲਿਆਉਣ ਦੀ ਗੱਲ ਹੋਈ, ਕੁਝ ਲੋਕਾਂ ਨੇ ਉਸ ਨੂੰ ਅਪੋਜ਼ ਕੀਤਾ ਵੀ ਗੁਰੂਆਂ ਦੇ ਪੀਰੀਅਡ ਤਾਂ ਜੋਤ ਦੇ ਉੱਤੇ ਹੀ ਚੱਲਦਾ ਸੀ ਸਾਰਾ ਕੰਮ, ਪਰ ਫਿਰ ਉਹਨਾਂ ਨੇ ਕਿਹਾ ਵੀ ਬਿਜਲੀ ਲਗਵਾ ਲਓ, ਇਹਦਾ ਕੋਈ ਨੁਕਸਾਨ ਨਹੀਂ। ਆ ਹੁਣ 2017 ਦੀ ਗੱਲ ਆ, ਮੈਂ ਤੁਹਾਨੂੰ ਕੀ ਦੱਸ, ਦਰਬਾਰ ਸਾਹਿਬ ਦੇ ਅੰਦਰ AC ਲਾਉਣ ਦੀ ਗੱਲ ਆਈ ਤਾਂ ਉਹਦੇ ਤੇ ਵੀ ਲੋਕਾਂ ਨੇ, ਕਈਆਂ ਨੇ ਆਵਾਜ਼ ਬੁਲੰਦ ਕੀਤੀ ਵੀ ਨਹੀਂ ਲਾਉਣੇ ਚਾਹੀਦੇ। ਪਰ ਕੀ ਹਰਜ਼ ਹੈ, ਕੀ ਹਾਰਮ, ਉੱਥੇ ਹੁਣ 4 ਜਾਂ 3 ਜਾਂ ਜੋ ਵੀ ਵੱਡੇ AC ਲੱਗੇ ਆ, ਲੋਕਾਂ ਨੂੰ ਥੋੜਾ ਜਿਹਾ ਸਾਹ ਲੈਣ 'ਚ ਸਹੂਲਤ ਮਹਿਸੂਸ ਹੁੰਦੀ ਹੈ ਗਰਮੀ ਦੇ ਵਿੱਚ, ਸਲਟਰੀ ਮੌਸਮ ਦੇ ਵਿੱਚ, ਸਮਝੇ ਕਿ ਨਹੀਂ। ਤਾਂ ਮੇਰਾ ਮਤਲਬ ਕਹਿਣ ਦਾ ਹੈ ਇਹ ਚੀਜ਼ਾਂ ਨੂੰ ਐਕਸੈਪਟ ਵੀ ਕਰਨਾ। ਪ੍ਰਿੰਟਿੰਗ ਪ੍ਰੈਸ ਜਦੋਂ ਆਈ, ਮੈਂ ਤਾਂ ਸਾਰਾ ਰਿਸਰਚ ਕੀਤੀ, ਉਸ ਦੇ ਉੱਤੇ ਵੀ ਮੁਖਾਲਫਤ ਹੋਈ ਵੀ ਗੁਰੂ ਦਾ ਸ਼ਬਦ ਆ ਜਿਹੜਾ ਪ੍ਰਿੰਟ ਨਹੀਂ ਹੋ ਸਕਦਾ, ਸਮਝੇ ਕਿ ਨਹੀਂ। ਉਹ ਕਲਮ ਨਾਲ ਹੀ ਲਿਖਿਆ ਜਾ ਸਕਦਾ, ਪਰ ਜੇ ਅਸੀਂ ਕਲਮ ਨਾਲ ਲਿਖਦੇ ਸਾਡਾ ਪ੍ਰਚਾਰ ਥੋੜ੍ਹਾ ਹੁਣ ਅਸੀਂ ਸਿੱਖੀ ਦਾ ਦੂਰ ਦਰਾਡੇ। ਸੋ ਇਸ ਕਰਕੇ ਜਦੋਂ ਵੀ ਕੋਈ ਇਸ ਕਿਸਮ ਦੀ ਗੱਲ ਆਏਗੀ, ਉਹਦੀ ਕੁਦਰਤੀ ਤੌਰ 'ਤੇ ਮੁਖਾਲਫਤ ਵੀ ਥੋੜ੍ਹੀ ਬਹੁਤੀ ਹੁੰਦੀ ਹੈ। ਤਾਂ ਮੈਂ ਉਸ ਨੂੰ ਟੋਲਰੇਟ ਕਰਦਾ, ਮੈਂ ਉਸ ਨੂੰ ਇਹ ਨਹੀਂ ਕਹਿੰਦਾ ਵੀ ਨਹੀਂ ਹੋਈ। ਤਾਂ ਉਹਨਾਂ ਦੇ ਆਪਣੇ ਇੱਕ ਮਤਲਬ ਜੋ ਵੀ ਉਹਨਾਂ ਦੀ ਵਿਚਾਰ ਹੈ ਉਸ ਨੂੰ ਸਮਝਾ ਕੇ, ਸੁਲਝਾ ਕੇ, ਸਹਿਜ ਦੇ ਵਿੱਚ, ਸੰਜਮ ਦੇ ਵਿੱਚ ਬੈਠ ਕੇ ਉਹਦਾ ਸੋਲਿਊਸ਼ਨ ਕੱਢ ਲੈਣਾ ਚਾਹੀਦਾ। ਜੀ ਜੀ, ਧੰਨਵਾਦ ਜੀ। ਤੇ ਗੁਰਦਰਸ਼ਨ ਢਿੱਲੋਂ ਸਾਫ਼ ਕਹਿ ਰਹੇ ਨੇ ਕਿ ਅਗਰ ਜੋ ਹੈਲਮਟ ਡਿਜ਼ਾਈਨ ਕੀਤਾ ਗਿਆ ਇੰਡੀਅਨ ਆਰਮੀ ਵੱਲੋਂ ਸਿੱਖ ਸੋਲਜਰ ਵਾਸਤੇ, ਅਗਰ ਉਹ ਕਿਸੇ ਤਰੀਕੇ ਨਾਲ ਜੋ ਕੇਸਾਂ ਦੀ ਮਰਿਆਦਾ ਹੈ, ਦਸਤਾਰ ਦੀ ਮਰਿਆਦਾ ਹੈ, ਉਸ ਨੂੰ ਜਿਹੜਾ ਹੈ ਉਹ ਇਫੈਕਟ ਨਹੀਂ ਕਰਦਾ, ਤਾਂ ਹੈਲਮਟ ਪਹਿਨ ਦੇ ਵਿੱਚ ਸਿੱਖ ਸੈਨਿਕਾਂ ਨੂੰ ਕੋਈ ਹਰਜ ਨਹੀਂ ਹੋਣਾ ਚਾਹੀਦਾ ਹੈ। ਕਿਉਂਕਿ ਲੜਾਈ ਜੋ ਹੈ ਅੱਜ ਦੀ ਡੇਟ 'ਚ ਵੈਪਨਸ ਜੋ ਨੇ ਉਹ ਕਾਫੀ ਐਡਵਾਂਸ ਨੇ। ਜਿਸ ਤਰੀਕੇ ਨਾਲ ਵਰਲਡ ਵਾਰ 1 ਜਾਂ ਵਰਲਡ ਵਾਰ 2 ਦਾ ਜ਼ਿਕਰ ਕੀਤਾ ਜਾ ਰਿਹਾ, ਲੌਜਿਕ ਦਿੱਤੇ ਜਾ ਰਹੇ ਨੇ ਕਿ ਉਸ ਵਕਤ ਜਿਹੜੇ ਨੇ ਸਿੱਖ ਸੈਨਿਕਾਂ ਨੇ ਹੈਲਮਟ ਪਹਿਨ ਤੋਂ ਇਨਕਾਰ ਕਰ ਦਿੱਤਾ ਸੀਗਾ। ਉਹ ਅੱਜ ਦੀ ਡੇਟ ਦੇ ਵਿੱਚ ਉਹ ਜਿਹੜਾ ਲੜਾਈ ਦਾ ਤਰੀਕਾ ਹੈ ਉਹ ਜ਼ਿਆਦਾ ਬਦਲ ਗਿਆ ਹੈ, ਐਡਵਾਂਸਡ ਮਾਡਰਨ ਵੈਪਨਸ ਆ ਚੁੱਕੇ ਨੇ, ਅਤੇ ਉਸ ਦੌਰ ਦੇ ਵਿੱਚ ਉਸੇ ਤਰੀਕੇ ਦੀ ਤਿਆਰੀ ਵੀ ਸੈਨਿਕਾਂ ਦੀ, ਸਾਡਿਆਂ ਦੀ ਹੋਣੀ ਚਾਹੀਦੀ। ਹਾਲਾਂਕਿ SGPC ਤੇ ਅਕਾਲ ਤਖਤ ਸਾਹਿਬ ਇਸ ਗੱਲ ਤੇ ਵਿਰੋਧ ਜਤਾ ਰਹੇ ਨੇ ਕਿ ਹੈਲਮਟ ਜੋ ਹੈ ਸਿੱਖ ਸੈਨਿਕਾਂ ਵਾਸਤੇ ਉਹ ਮੈਂਡੇਟਰੀ ਨਹੀਂ ਹੋਣਾ ਚਾਹੀਦਾ। ਕਮ ਸਨ ਜਤਿਨ ਦੇ ਨਾਲ ਸਚਿਨ ਕੁਮਾਰ VP ਸਾਂਝਾ, ਚੰਡੀਗੜ੍ਹ।